जी का रुख करते खड़ियाल साहब ओपीएस ਦੇ ਵਿੱਚ ਅੜਿੱਕਾ ਕੀ ਲੱਗ ਰਿਹਾ ਹੈ ਪੂਰੀ ਪਲੈਨਿੰਗ ਜਾਂ ਫਿਰ ਐਨਪੀਐਸ ਦਾ ਫੰਡ ਨਾ ਮਿਲਣਾ ਆਮ ਆਦਮੀ ਪਾਰਟੀ ਦੀ ਨੀਅਤ ਨਾ ਹੋਣਾ ਇਹ ਦਰਅਸਲ ਅਸਲ ਇਸ਼ੂ ਹੈ ਜਿਹਦੇ ਕਰਕੇ ਓਪੀਐਸ ਪੰਜਾਬ ਦੇ ਵਿੱਚ ਨਹੀਂ ਇੰਪਲੀਮੈਂਟ ਹੋ ਰਿਹਾ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਨੇ 18 ਨਵੰਬਰ ਨੂੰ ਕਹਿਤਾ ਸੀ 올ਡ ਪੈਨਸ਼ਨ ਸਕੀਮ ਨੂੰ ਇੰਪਲੀਮੈਂਟ ਕਰਾਂਗੇ ਰਾਈਟ ਅੱਜ 12 ਦਸੰਬਰ ਹੋ ਗਈ ਇਹਨਾਂ ਨੇ ਹਜੇ ਤੱਕ ਸੈਂਟਰਲ ਗਵਰਨਮੈਂਟ ਨੂੰ ਕੋਈ ਵੀ ਇਨਫੋਰਮੇਸ਼ਨ ਕੋਈ ਵੀ ਸੁਨੇਹਾ ਕਿਉਂ ਨਹੀਂ ਭੇਜਿਆ ਵੀ ਅਸੀਂ ਓਪੀਐਸ ਇੰਪਲੀਮੈਂਟ ਕਰਨ ਜਾ ਰਹੇ ਹਾਂ ਸਵਾਲ ਨੰਬਰ ਪਹਿਲਾ ਤੋਂ ਪਤਾ ਲੱਗਦਾ ਨਾ ਜੁਮਲਾ ਦੂਜੀ ਗੱਲ ਇਹ ਗਰਗ ਸਾਹਿਬ ਸਵਾਲ ਨੋਟ ਕਰ ਲੈਣ ਇਹਨਾਂ ਦੇ ਜਵਾਬ ਦੇਣ ਦੂਜਾ ਸਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਉਂ ਨਹੀਂ ਮੰਗ ਕੀਤੀ ਵੀ 17,000 ਕਰੋੜ ਰੁਪਏ ਦਾ ਕਾਰਪਸ ਜਿਹੜਾ ਐਨਪੀਐਸ ਤੇ ਯੂਟਿਲਾਈਜ਼ ਹੋ ਰਿਹਾ ਹੈ ਜਿਹੜਾ ਪੰਜਾਬ ਦੇ EMPLOYEES ਨੇ ਮੁਲਾਜ਼ਮਾਂ ਨੇ ਤੇ ਸਟੇਟ ਸਰਕਾਰ ਨੇ ਪੈਸਾ ਦਿੱਤਾ ਉਹ ਸਾਨੂੰ ਵਾਪਸ ਕਰ ਦਿਓ ਕਿਉਂਕਿ ਅਸੀਂ ਓਪੀਐਸ ਇੰਪਲੀਮੈਂਟ ਕਰਨੀ ਹੈ ਸਾਨੂੰ ਐਨਪੀਐਸ ਦੀ ਜ਼ਰੂਰਤ ਨਹੀਂ ਹੈ ਉਹ ਵੀ ਆਮ ਆਦਮੀ ਪਾਰਟੀ ਨੇ ਨਹੀਂ ਮੰਗਿਆ ਸੋ ਇਹ ਦੋ ਚੀਜ਼ਾਂ ਆਮ ਆਦਮੀ ਪਾਰਟੀ ਕਿਵੇਂ ਐਕਸਪਲੇਨ ਕਰਦੀ ਹੈ ਕੀ ਕਾਰਨ ਹੈ ਨਾ ਐਕਸਪਲੇਨ ਕਰਨ ਦਾ ਤੇ ਮੈਂ ਨਹੀਂ ਕਰ ਰਿਹਾ ਮਿਨਿਸਟਰ ਆਫ ਸਟੇਟ ਫॉर ਫਾਈਨਾਂਸ ਭਗਵਤ ਕਰਾਜ ਜੀ ਨੇ ਅੱਜ ਰਿਟਨ ਰਿਪਲਾਈ ਦਿੱਤਾ ਹੈ ਉਹਨਾਂ ਨੇ ਜ਼ਿਕਰ ਕੀਤਾ ਛੱਤੀਸਗੜ੍ਹ ਦਾ ਰਾਜਸਥਾਨ ਦਾ ਤੇ ਝਾਰਖੰਡ ਦਾ ਇਹ ਤਿੰਨਾਂ ਸਟੇਟਸ ਨੇ ਜਿਹੜਾ ਸੈਂਟਰ ਨੂੰ ਭੇਜਿਆ ਵੀ ਅਸੀਂ ਓਪੀਐਸ ਇੰਪਲੀਮੈਂਟ ਕਰ ਰਹੇ ਤੇ ਸਾਨੂੰ ਕਾਰਪਸ ਦਿੱਤਾ ਜਾਵੇ ਪੈਸਾ ਦਿੱਤਾ ਜਾਵੇ ਐਨਪੀਐਸ ਦੇ ਅੰਡਰ ਤਾਂ ਕਿ ਅਸੀਂ ਓਪੀਐਸ ਲਈ ਯੂਟਿਲਾਈਜ਼ ਕਰ ਸਕੀਏ ਹੁਣ ਆਮ ਆਦਮੀ ਪਾਰਟੀ ਇਹ ਜੇ ਜੁਮਲਾ ਨਹੀਂ ਕਰ ਰਹੀ ਹੈ ਪੰਜਾਬ ਨਾਲ ਤੇ ਹੋਰ ਕੀ ਕਰ ਰਹੀ ਹੈ ਉਹ ਤੋਂ ਬਾਅਦ ਦੇਖੋ ਜ਼ਰੂਰੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਸ਼ਾਇਦ 17,000 ਕਰੋੜ ਦੀ ਤਾਂ ਜ਼ਰੂਰਤ ਨਹੀਂ ਹੈ ਕਿਉਂਕਿ ਇਹਨਾਂ ਨੇ ਵਾਅਦਾ ਕੀਤਾ ਸੀ ਨਾ ਵੀ ਅਸੀਂ ਮਾਈਨਿੰਗ ਚੋਂ 10,000 ਕਰੋੜ ਕੱਢਾਂਗੇ ਸ਼ਾਇਦ ਉੱਥੋਂ ਕੱਢੀ ਬੈਠੇ ਹੋਣ ਫਿਰ ਇਹਨਾਂ ਨੇ ਕਿਹਾ ਸੀਗਾ 10,000 ਕਰੋੜ ਲਿਕਰ ਚੋਂ ਕੱਢਾਂਗੇ ਪੁਆਇੰਟ ਦੇ ਉੱਤੇ ਰਹੀਏ ਪਰ ਦੇਖੋ ਗੱਲ ਇਹ ਹੈ ਕਿ ਜਿਹੜਾ ਤੁਸੀਂ ਰਾਜਸਥਾਨ ਛੱਤੀਸਗੜ੍ਹ ਜਾਂ ਝਾਰਖੰਡ ਦਾ ਜ਼ਿਕਰ ਕਰ ਰਹੇ ਹੋ ਮੈਂ ਖੜਿਆਲ ਸਾਹਿਬ ਉਸੇ ਪੁਆਇੰਟ ਦੇ ਉੱਤੇ ਆ ਰਹੇ ਹਾਂ ਉਹਨਾਂ ਨੂੰ ਵੀ ਐਨਪੀਐਸ ਵਾਪਸ ਨਹੀਂ ਕੀਤਾ ਜੇ ਬੇਸ਼ੱਕ ਉਹਨਾਂ ਦਾ ਪ੍ਰਪੋਜ਼ਲ ਉੱਥੇ ਪਹੁੰਚ ਗਿਆ ਤਾਂ ਉਸ ਦਾ ਮਤਲਬ ਇਹ ਨਹੀਂ ਕਿ ਪ੍ਰਪੋਜ਼ਲ ਪਹੁੰਚ ਜਾਂਦਾ ਤਾਂ ਉਹਨਾਂ ਨੂੰ ਪੈਸੇ ਮਿਲ ਗਏ ਸਾਨੂੰ ਮਿਲੇ ਨਹੀਂ ਮੈਂ ਕਹਿੰਦਾ ਇੱਥੇ ਫਰਕ ਹੈ ਇੱਥੇ ਅਟੈਂਪਟ ਦੀ ਗੱਲ ਹੈ ਇੱਥੇ ਕੋਸ਼ਿਸ਼ ਦੀ ਗੱਲ ਹੈ ਗੌਰਵ ਜੀ ਜੇ ਹੁਣ ਆਮ ਆਦਮੀ ਸੀਰੀਅਸ ਹੁੰਦੀ ਓਪੀਐਸ ਨੂੰ ਲੈ ਕੇ 올ਡ ਪੈਨਸ਼ਨ ਸਕੀਮ ਨੂੰ ਲੈ ਕੇ ਪਹਿਲੀ ਗੱਲ ਤਾਂ ਕਨਵੇ ਤਾਂ ਕਰਦੀ ਸੈਂਟਰਲ ਗਵਰਨਮੈਂਟ ਨੂੰ ਬਗੈਰ ਕਨਵੇ ਕਰੇ ਤਾਂ ਹੋਣਾ ਨਹੀਂ ਪਹਿਲਾ ਕਦਮ ਹੀ ਨਹੀਂ ਚੁੱਕਿਆ ਨੰਬਰ 1 ਨੰਬਰ 2 ਤੁਸੀਂ ਸਹੀ ਕਿਹਾ ਕਿ ਛੱਤੀਸਗੜ੍ਹ ਰਾਜਸਥਾਨ ਤੇ ਝਾਰਖੰਡ ਨੂੰ ਕਾਰਪਸ ਨਹੀਂ ਮਿਲਿਆ ਪੈਸਾ ਨਹੀਂ ਮਿਲਿਆ ਬਾਵਜੂਦ ਇਹਦੇ ਕਿ ਉਹਨਾਂ ਨੇ ਲਿਖਤਾ ਵੀ ਸਾਨੂੰ ਵਾਪਸ ਕਰੋ ਪਰ ਕੋਸ਼ਿਸ਼ ਤਾਂ ਕੀਤੀ ਅਟੈਂਪਟ ਤਾਂ ਕੀਤਾ ਇਹ ਤਾਂ ਕਰ ਹੀ ਕੁਝ ਨਹੀਂ ਰਹੇ ਮੈਂ ਦੂਜੀ ਗੱਲ ਦੱਸਦਾ ਆਪਣੇ ਸਾਡੀ ਸਰਕਾਰ ਮੇਕ ਸ਼ੋਰ ਕਰੂਗੀ ਜਿਹੜੀ ਸਟੇਟ ਦੇ ਵਿੱਚ ਅਸੀਂ ਹੈ ਉੱਥੇ 올ਡ ਪੈਨਸ਼ਨ ਸਕੀਮ ਇੰਪਲੀਮੈਂਟ ਹੋਵੇ ਅਸੀਂ ਕੋਸ਼ਿਸ਼ ਕਰਤੀ ਨਾ ਅਸੀਂ ਅਟੈਂਪਟ ਕਰਤਾ ਨਾ ਲੋਕਾਂ ਨੂੰ ਜਵਾਬ ਦੇਣ ਜੋਗੇ ਤਾਂ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੈ ਕੇ ਆਉਣ ਦੀ ਇਹਨਾਂ ਨੇ ਤਾਂ ਕਦਮ ਹੀ ਨਹੀਂ ਚੁੱਕਿਆ ਸੋ ਇਹ ਤੋਂ ਬਾਅਦ ਲੀਗਲ ਰਿਕੋਰਸ ਲੈਣਾ ਹੋਇਆ ਤਾਂ ਲੀਗਲ ਰਿਕੋਰਸ ਵੀ ਲਵਾਂਗੇ ਜੇ ਕੋਰਟ ਦੇ ਦਰਵਾਜ਼ੇ ਖਟਖਟਾਉਣੇ ਪਏ ਕੋਰਟ ਦੇ ਦਰਵਾਜ਼ੇ ਖਟਖਟਾਵਾਂਗੇ ਬੋਲਣਾ ਪਿਆ ਲੋਕ ਸਭਾ ਰਾਜ ਸਭਾ ਜੋ ਕਰ ਸਕਣਾ ਜੋ ਸਾਨੂੰ ਲੋੜ ਪਊਗੀ ਕਰਾਂਗੇ ਆਮ ਆਦਮੀ ਪਾਰਟੀ ਨੇ ਸਟੈਪ ਨੰਬਰ ਪਹਿਲਾਂ ਹੀ ਲਿਆ ਵਿੱਚ ਫਰਕ ਆ ਰਿਹਾ ਸਰ ਮੈਂ ਤੁਹਾਡੇ ਕੋਲ ਵਾਪਸ ਆਉਂਗਾ ਦੇਖੋ ਪਤਾ ਕੀ ਹੈ ਲੋਕਾਂ ਨੂੰ ਪ੍ਰੈਕਟੀਕਲ ਗੱਲ ਸਮਝ ਆਵੇ ਕਿ ਜਿਹੜੀ ਰਾਜਸਥਾਨ ਦੀ ਸਰਕਾਰ ਜਿੱਥੇ ਕਾਂਗਰਸ ਦੀ ਗਵਰਨਮੈਂਟ ਹੈ ਛੱਤੀਸਗੜ੍ਹ 'ਚ ਕਾਂਗਰਸ ਦੀ ਗਵਰਨਮੈਂਟ ਹੈ ਕਿ ਉੱਥੇ ਵਾਕਈ ਇਸ ਤਰੀਕੇ ਨਾਲ ਅਟੈਂਪਟ ਹੋ ਗਿਆ ਕਿ ਇੱਕ ਪ੍ਰਪੋਜ਼ਲ ਭੇਜਣ ਦੀ ਵਜ੍ਹਾ ਦੇ ਨਾਲ ਪੰਜਾਬ ਸਰਕਾਰ ਪਛੜ ਗਈ ਮੈਂ ਗਰਗ ਸਾਹਿਬ ਤੁਹਾਡੇ ਤੋਂ ਜਵਾਬ ਲਵਾਂਗਾ ਕਹਿ ਰਹੇ ਕਿ ਤੁਸੀਂ ਨੀਅਤ ਦੇ ਨਾਲ ਅਟੈਂਪਟ ਨਹੀਂ ਕੀਤਾ ਥੋੜਾ ਜਿਹਾ ਵੇਟ ਕਰਿਓ ਪਹਿਲਾਂ ਮੈਂ ਬਰਾੜ ਸਾਹਿਬ ਦਾ ਇੱਕ ਵਾਰੀ ਰੋਕ ਕਰ ਲਵਾਂ ਤੁਸੀਂ ਇਕੱਠੇ ਜਵਾਬ ਦਿਓ ਬਰਾੜ ਸਾਹਿਬ ਅਕਾਲੀ ਦਲ ਨੂੰ ਵੀ ਲੱਗਦਾ ਹੈ ਕਿ ਪੰਜਾਬ ਸਰਕਾਰ ਦੀ ਨੀਅਤ ਦੀ ਵਜ੍ਹਾ ਦੇ ਨਾਲ ਓਪੀਐਸ ਵਾਲਾ ਫਾਰਮੂਲਾ ਲਾਗੂ ਨਹੀਂ ਹੋ ਪਾਏਗਾ ਜਾਂ ਨਹੀਂ ਹੋ ਸਕਦਾ ਜਾਂ ਫਿਰ ਐਨਪੀਐਸ ਵਾਲਾ ਪੈਸਾ ਨਹੀਂ ਆ ਪਾਏਗਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਥੋੜਾ ਬੈਕਗ੍ਰਾਉਂਡ 'ਚ ਜਾਣਾ ਚਾਹੂੰਗਾ ਕਿ 2004 ਦੇ ਵਿੱਚ ਕਾਂਗਰਸ ਗਵਰਨਮੈਂਟ ਵੇਲੇ ਇਹ ਫੈਸਲੇ ਹੋਏ ਭਾਵੇਂ ਕੇਂਦਰ ਦੀ ਸਰਕਾਰ ਦੇ ਸੀ ਭਾਵੇਂ ਪੰਜਾਬ ਸਰਕਾਰ ਦੇ ਸੀ ਜਦੋਂ ਇਹ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈ ਇਹ ਬੰਦ ਹੋਈ ਪਹਿਲਾਂ ਤਾਂ ਇੱਕ ਗੱਲ ਬੈਕਗ੍ਰਾਉਂਡ 'ਚ ਜਾਣਾ ਪਊਗਾ ਜੀ ਦੂਜੀ ਮੈਂ ਬੇਨਤੀ ਇਸ ਗੱਲ ਦੀ ਕਰਾਂ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਔਰ ਵਾਅਦਾ ਪੁਗਾਉਣ ਲਈ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੁਣ ਆਮ ਆਦਮੀ ਪਾਰਟੀ ਨੇ ਨਾ ਉਹ ਨੋਟੀਫਿਕੇਸ਼ਨ 'ਚ ਲਿਖਿਆ ਵੀ ਅਸੀਂ ਕੇਂਦਰ ਤੋਂ ਕਰਾਵਾਂਗੇ ਇਹਨਾਂ ਨੇ ਕਿਹਾ ਕਿ ਅਸੀਂ ਆਪਣੇ ਲੈਵਲ ਤੇ ਕਰਾਂਗੇ ਭਾਵੇਂ ਕਿ ਜਥੇਬੰਦੀਆਂ ਨੇ ਉਹ ਵੀ ਪੂਰਨ ਤੌਰ ਤੇ ਨਹੀਂ ਮੰਨਿਆ ਉਹਨੂੰ ਵੀ ਕਿਹਾ ਕਿ ਅੱਧਾ ਅਧੂਰਾ ਹੈ ਇਹਦੇ 'ਚ ਕਲੈਰੀਫਿਕੇਸ਼ਨ ਦਿਓ ਉਹ ਵੀ ਨਹੀਂ ਦਿੱਤੀ ਪਰ ਇੱਥੇ ਸੈਂਟਰ ਦੇ ਪੈਸਿਆਂ ਦੀ ਤਾਂ ਗੱਲ ਹੀ ਨਹੀਂ ਕੀਤੀ ਸੀ ਨੋਟੀਫਿਕੇਸ਼ਨ ਵੇਲੇ ਨਾ ਕਿਹਾ ਸੀ ਵੀ ਸੈਂਟਰ ਤੋਂ ਲਾਗੂ ਕਰਵਾਵਾਂਗੇ ਇਹਨਾਂ ਨੇ ਤਾਂ ਕਿਹਾ ਸੀ ਅਸੀਂ ਖੁਦ ਕਰਾਂਗੇ ਪਹਿਲੀ ਗੱਲ ਤਾਂ ਮੇਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਤੀ ਹੈ ਕਿ ਇਹਨੂੰ ਲਾਗੂ ਕਰੋ ਆਪਦੇ ਪੱਧਰ ਤੇ ਲਾਗੂ ਕਰੋ ਹਾਂ ਕੇਂਦਰ ਸਰਕਾਰ ਭਾਵੇਂ ਰੂਰਲ ਡਿਵੈਲਪਮੈਂਟ ਫੰਡ ਰੋਕੀ ਬੈਠਾ ਤੁਰੰਤ ਜਾਰੀ ਕਰੇ ਭਾਵੇਂ ਕੋਈ ਮੁਲਾਜ਼ਮਾਂ ਦਾ ਪੈਸਾ ਕੱਟਿਆ ਰੋਕਿਆ ਉਹ ਤੁਰੰਤ ਜਾਰੀ ਕਰੇ
ਕੇਂਦਰ ਦਾ ਹੱਕ ਨਹੀਂ ਬਣਦਾ ਇਹ ਧੌਣ ਤੇ ਗੋਡਾ ਰੱਖ ਕੇ ਸਟੇਟਾਂ ਦੇ ਤੇ ਉਹਨਾਂ ਦਾ ਗਲਾ ਘੁੱਟੇ। ਇਹ ਅਸੀਂ ਸਟੇਟ ਦੇ ਨਾਲ ਹੈ, ਭਾਵੇਂ ਸਾਡੀ ਵਿਰੋਧੀ ਸਰਕਾਰ ਹੈ, ਪਰ ਜਿਹੜੀ ਆਮ ਆਦਮੀ ਪਾਰਟੀ ਨੇ ਆਪਦੇ ਬਲਬੂਤੇ ਤੇ ਪੁਰਾਣੀ ਉਹ ਜਿਹੜੀ ਪੈਨਸ਼ਨ ਸਕੀਮ ਆ ਉਹਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਕੀਤਾ ਸੀ ਔਰ ਗੁਜਰਾਤ ਤੇ ਹਿਮਾਚਲ ਦੇ ਵਿੱਚ ਵੋਟਾਂ ਦੇ ਵਿੱਚ ਫਾਇਦਾ ਲੈਣ ਲਈ ਵੀ ਕੀਤਾ ਸੀ। ਔਰ ਮੈਂ ਤਵੱਕੋ ਰੱਖਦਾ, ਉਮੀਦ ਰੱਖਦਾ ਕਿ ਹੁਣ ਕੇਂਦਰ ਸਿਰਫ ਭਾਂਡਾ ਨਹੀਂ ਭੰਨਣਗੇ, ਇਹ ਆਪਦੇ ਕੋਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਗੇ। ਜੇ ਨਹੀਂ ਲਾਗੂ ਕਰਨਗੇ ਤਾਂ ਮੁਲਾਜ਼ਮ ਜਥੇਬੰਦੀਆਂ ਦਾ ਤਕੜਾ ਤੇ ਕਰੜਾ ਤਪਸ ਜਿਹੜਾ ਹੈ ਉਹ ਆਉਣ ਵਾਲੇ ਦਿਨਾਂ 'ਚ ਸਰਕਾਰ ਨੂੰ ਝੱਲਣਾ ਪਏਗਾ। ਗਰਗ ਸਾਹਿਬ, ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਬਰਾੜ ਸਾਹਿਬ ਦਾ ਇਸ ਗੱਲੋਂ ਸ਼ੁਕਰੀਆ ਅਦਾ ਕਰਦਾ ਕਿ ਜਦੋਂ ਇਹ ਕਹਿੰਦੇ ਨੇ ਜਦੋਂ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਡਾਕੇ ਦੀ ਗੱਲ ਆਉਂਦੀ ਹੈ ਸਟੇਟ ਗਵਰਨਮੈਂਟ ਦੇ ਨਾਲ ਖੜੇ ਹੈ ਔਰ ਹਰ ਜਾਨੀ ਕਿ ਸੂਬੇ ਦੇ ਵਾਸੀ ਨੂੰ ਖੜਨਾ ਵੀ ਚਾਹੀਦਾ। ਮੈਂ ਧੰਨਵਾਦ ਕਰਦਾ ਇਸ ਗੱਲੋਂ। ਔਰ ਦੂਸਰੀ ਗੱਲ, ਇਹਨਾਂ ਨੇ ਇਹ ਆਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਇਸ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਅਸੀਂ ਤਾਂ ਉਹਦੇ 'ਚ ਵੀ ਲਿਖਿਆ ਹੈਗਾ ਕਿ ਅਸੀਂ ਇਸ ਨੂੰ ਲਾਗੂ ਕਰਾਂਗੇ ਔਰ ਅਸੀਂ ਇਸ ਨੂੰ ਲਾਗੂ ਕਰਾਂਗੇ, ਮੀਂਹ 'ਚ ਲਾਗੂ ਕਰਾਂਗੇ। ਅਸੀਂ ਆਪਣੀ ਪਹਿਲੀ ਓਪਨਿੰਗ ਰਿਮਾਰਕਸ ਦੇ ਵਿੱਚ ਵੀ ਇਹੀ ਆਖਿਆ ਹੈਗਾ ਕਿ ਇਹ ਪੈਨਸ਼ਨ ਤੇ ਅਸੀਂ ਲਾਗੂ ਕਰਕੇ ਰਹਾਂਗੇ। ਕੇਂਦਰ ਸਰਕਾਰ ਤੋਂ ਜਿਹੜਾ ਪੈਸਾ ਵਾਪਸ ਲੈਣਾ ਉਹ ਇੱਕ ਵੱਖਰਾ ਇਸ਼ੂ ਹੈਗਾ, ਉਹ ਇੱਕ ਲੀਗਲ ਇਸ਼ੂ ਹੋ ਸਕਦਾ, ਪੋਲੀਟੀਕਲ ਇਸ਼ੂ ਹੋ ਸਕਦਾ, ਲੇਕਿਨ ਜਿਹੜਾ ਮੁਲਾਜ਼ਮਾਂ ਦੇ ਨਾਲ ਵਾਅਦਾ ਕੀਤਾ ਹੈਗਾ 100% ਲਾਗੂ ਹੋਏਗਾ। ਹੁਣ ਗੱਲ ਤੁਸੀਂ ਆ ਜਾਓ, ਖੜਿਆਲ ਸਾਹਿਬ ਮੇਰੇ ਸਾਥੀ ਨੇ ਜਿਹੜੀ ਹੈ ਸ਼ਾਇਦ ਉਹ ਪੂਰਾ ਵਿਸ਼ਾ ਸਮਝ ਨਹੀਂ ਪਾ ਰਹੇ ਜਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਮੰਨ ਲਿਆ ਸਾਡੀ ਉੱਥੇ ਪ੍ਰਪੋਜ਼ਲ ਨਹੀਂ ਪਹੁੰਚੀ, 24 ਦਿਨ ਟੋਟਲ ਜਿਹੜੇ ਹੈਗੇ ਨੋਟੀਫਿਕੇਸ਼ਨ ਜਾਰੀ ਹੋਈ ਨੂੰ ਹੋਏ ਹੈ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਪ੍ਰਪੋਜ਼ਲ ਜਾਏਗੀ ਨਹੀਂ। ਜਿੱਦਾਂ ਮੈਂ ਦੱਸਿਆ ਦਾ ਇੱਕ ਪ੍ਰੋਸੈਸ ਹੁੰਦਾ, ਟਾਈਮ ਲੱਗਦਾ, ਲੇਕਿਨ ਜਿਨ੍ਹਾਂ ਦੀ ਅੱਜ ਡਿਬੇਟ ਇਸ ਕਰਕੇ ਹੋ ਰਹੀ ਹੈ, ਜਿਨ੍ਹਾਂ ਦੀ ਪ੍ਰਪੋਜ਼ਲ ਗਈ ਉਹਨੂੰ ਕੇਂਦਰ ਨੇ ਡਿਨਾਈ ਕੀਤਾ। ਮੁੱਦਾ ਇਹ ਹੈਗਾ ਕਿ ਕੇਂਦਰ ਕੌਣ ਹੁੰਦਾ ਹੈਗਾ ਮੁਲਾਜ਼ਮਾਂ ਦਾ ਤੇ ਸੂਬਾ ਸਰਕਾਰ ਦੇ ਪੈਸੇ ਨੂੰ ਰੋਕਣ ਵਾਲਾ। ਇੱਕ ਬੰਨੇ ਤੇ ਤੁਸੀਂ ਦੇਖੋ ਇਹ ਆਮ ਆਦਮੀ ਪਾਰਟੀ ਦੇ ਉੱਤੇ, ਆਮ ਆਦਮੀ ਪਾਰਟੀ ਨੇ ਕਦੋਂ ਆਖਿਆ ਕਿ ਅਸੀਂ ਇਸ ਨੂੰ ਲਾਗੂ ਨਹੀਂ ਕਰ ਰਹੇ, ਇਸ ਦਾ ਲਾਗੂ ਕਰਨ ਜਾ ਰਹੇ ਹਾਂ। ਤੁਸੀਂ ਹਿਮਾਚਲ ਦੇ ਵਿੱਚ ਲੋਕਾਂ ਨਾਲ ਵਾਅਦਾ ਕੀਤਾ ਹੈ, ਤੁਸੀਂ ਰਾਜਸਥਾਨ 'ਚ ਵਾਅਦਾ ਕੀਤਾ ਹੈਗਾ, ਤੁਸੀਂ ਪ੍ਰਪੋਜ਼ਲ ਵੀ ਭੇਜਿਆ ਔਰ ਉਮੀਦ ਆਉਣ ਵਾਲੇ ਦਿਨਾਂ 'ਚ ਤੁਸੀਂ ਹਿਮਾਚਲ ਤੋਂ ਵੀ ਭੇਜੋਗੇ। ਮਸਲਾ ਇਹ ਹੈਗਾ ਕਿ ਕੇਂਦਰ ਜਿਹੜਾ ਅੜੀਅਲ ਰਵੱਈਆ ਅਪਣਾ ਰਿਹਾ ਹੈ ਔਰ ਲਗਾਤਾਰ 8 ਸਾਲਾਂ ਜਿੱਦਾਂ ਸਾਰੇ ਅਧਿਕਾਰ ਆਪਣੇ ਕੋਲ ਤੁਹਾਨੂੰ ਇੱਥੇ ਵੀ ਕਾਂਗਰਸ ਦਾ ਸਾਥ ਨਹੀਂ ਮਿਲ ਰਿਹਾ। ਤੁਹਾਨੂੰ ਲੱਗਦਾ ਕਿ ਛੱਤੀਸਗੜ੍ਹ ਵਾਲੇ ਰਾਜਸਥਾਨ, ਪੰਜਾਬ ਤੇ ਹਿਮਾਚਲ ਇਕੱਠੇ ਹੋ ਕੇ ਸੈਂਟਰ ਦੇ ਸਾਹਮਣੇ ਡਿਮਾਂਡ ਰੱਖਣ ਤਾਂ ਗੱਲ ਵੱਖਰੀ ਹੋਵੇ। ਸਰ ਮੈਨੂੰ ਗੱਲ ਕੰਪਲੀਟ ਕਰ ਲੈਂਦੇ ਹੋ। ਇਸ ਮੁੱਦੇ ਦੇ ਉੱਤੇ ਜਦੋਂ ਐਡਾ ਅੜੀਅਲ ਹੁਕਮਰਾਨ ਹੋਵੇ ਸੈਂਟਰ ਦੇ ਵਿੱਚ, ਸਾਰਿਆਂ ਨੂੰ ਇਕੱਠੇ ਹੋਣਾ ਪਏਗਾ, ਪੋਲੀਟੀਕਲ ਪਾਰਟੀਆਂ ਨੂੰ ਵੀ ਔਰ ਮੁਲਾਜ਼ਮਾਂ ਨੂੰ ਵੀ ਇਕੱਠੇ ਹੋ ਕੇ ਲੜਾਈ ਨਹੀਂ ਪਏਗੀ। ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸੰਬੰਧ ਹੈ, ਅਸੀਂ ਲੋਕਾਂ ਨਾਲ ਵਾਅਦਾ ਕੀਤਾ, ਨੋਟੀਫਾਈ ਕੀਤਾ ਔਰ ਮੁਲਾਜ਼ਮਾਂ ਨੂੰ ਪੈਨਸ਼ਨ ਦੇਵਾਂਗੇ। ਮੈਂ ਤੁਹਾਡੇ ਕੋਲ ਆ ਰਿਹਾ, ਬਹੁਤ ਸਵਾਲ ਹੈ, ਪਰ ਖੜਿਆਲ ਸਾਹਿਬ ਇੱਕ ਛੋਟਾ ਜਿਹਾ ਰਿਐਕਸ਼ਨ ਤੁਹਾਡਾ। ਮੇਰਾ ਜੀ ਪਹਿਲਾਂ ਤਾਂ ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਗੱਲ ਕੀਤੀ, ਮੈਂ ਉਹ ਗੱਲ ਦਾ ਰਿਬਟ ਕਰਦਾ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਹਿਸਟਰੀ ਦੇ ਵਿੱਚ ਜਾਣਾ ਥੋੜਾ ਜ਼ਰੂਰੀ ਸੀਗਾ ਕਿ ਕਾਂਗਰਸ ਕਰਕੇ ਇਹ ਚੀਜ਼ ਹੋਈ, ਉਹ ਚੀਜ਼ ਹੋਈ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਆਪਣਾ ਅਲਾਈਅੰਸ ਪਾਰਟਨਰ ਸੀਗਾ 8 ਸਾਲਾਂ ਲਈ। ਨਾ ਹੀ ਕੋਈ ਕਮਿਊਨੀਕੇਸ਼ਨ ਗਈ ਵੀ ਓਪੀਐਸ ਇੰਪਲੀਮੈਂਟ ਹੋਣੀ ਚਾਹੀਦੀ ਹੈ, ਨਾ ਹੀ ਕੋਈ ਐਕਸ਼ਨ ਲਿਆ ਗਿਆ ਤੇ ਨਾ ਹੀ ਕੋਈ ਇਹ ਤੇ ਵਿਚਾਰ ਜਾਂ ਵਿਮਰਸ਼ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਸੋ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਨਾ ਅੱਜ ਕਦੇ, ਨਾ ਪਹਿਲਾਂ ਕਦੇ ਗੱਲ ਕੀਤੀ, ਨਾ ਅੱਜ ਕਰ ਰਹੇ ਤੇ ਨਾ ਮੈਨੂੰ ਲੱਗਦਾ ਅੱਗੇ ਕਰਨਗੇ। ਸੋ ਇਹ ਸਭ ਰਾਜਨੀਤੀ ਕਰਦੇ। ਦੂਜੀ ਗੱਲ ਆਮ ਆਦਮੀ ਪਾਰਟੀ ਦੀ, ਇਹ ਕਹਿੰਦੇ ਵੀ ਜਿਹੜੇ ਫੰਡ ਹੈ ਸੈਂਟਰ ਤੋਂ ਲੈਣੇ ਉਹ ਡਿਫਰੈਂਟ ਇਸ਼ੂ ਹੈ, ਉਹ ਲੀਗਲ ਇਸ਼ੂ ਹੋ ਸਕਦਾ ਹੈ। ਮੈਂ ਕਹਿੰਦਾ ਗਰਗ ਸਾਹਿਬ, ਬਗੈਰ ਫੰਡਸ ਦੇ ਤੁਸੀਂ ਓਪੀਐਸ ਇੰਪਲੀਮੈਂਟ ਕਿਵੇਂ ਕਰ ਸਕਦੇ ਹੋ? ਤੇ ਜਿੱਥੋਂ ਤੱਕ ਕਾਂਗਰਸ ਪਾਰਟੀ ਦੀ ਗੱਲ ਹੈ, ਅਸੀਂ ਆਲਰੇਡੀ ਇੰਪਲੀਮੈਂਟ ਕਰੀ ਬੈਠੇ ਹਾਂ। ਰਾਜਸਥਾਨ ਦੇ ਵਿੱਚ ਵੀ ਤੇ ਛੱਤੀਸਗੜ੍ਹ ਦੇ ਵਿੱਚ ਵੀ ਅਸੀਂ ਆਲਰੇਡੀ ਇੰਪਲੀਮੈਂਟ ਕਰੀ ਬੈਠੇ ਹਾਂ ਓਪੀਐਸ ਨੂੰ, ਤੇ EMPLOYEES ਨੂੰ ਬੈਨੀਫਿਟ ਜਾਣਾ ਸ਼ੁਰੂ ਹੋ ਚੁੱਕਾ ਹੈ। ਹੁਣ ਅਸੀਂ ਕੋਸ਼ਿਸ਼ ਕੀਤੀ ਵੀ ਸੈਂਟਰ ਸਾਨੂੰ ਪੈਸਾ ਦੇਵੇ ਤਾਂ ਕਿ ਹੋਰ ਈਜ਼ੀਲੀ ਹੋ ਸਕੇ, ਲੇਕਿਨ ਜੇ ਸੈਂਟਰ ਨਹੀਂ ਵੀ ਪੈਸਾ ਦਿੰਦਾ ਸਾਨੂੰ ਕਾਰਪਸ ਦਾ, ਅਸੀਂ ਕੋਸ਼ਿਸ਼ ਤਾਂ ਕੀਤੀ, ਹਜੇ ਕੋਸ਼ਿਸ਼ ਜਾਰੀ ਕੀਤੀ ਹੈ, ਸ਼ੁਰੂ ਕੀਤੀ ਹੈ, ਇਹ ਤੋਂ ਬਾਅਦ ਰੁਕਾਂਗੇ ਨਹੀਂ। ਤੁਸੀਂ ਤਾਂ ਸ਼ੁਰੂ ਹੀ ਨਹੀਂ ਕਰ ਰਹੇ। ਤੁਸੀਂ ਖੜਿਆਲ ਸਾਹਿਬ ਦਾਅਵਾ ਕਰ ਰਹੇ ਹੋ ਕਿ ਜਿਹੜੀਆਂ 2004 ਤੋਂ ਬਾਅਦ, ਮੈਂ ਵਿਚਾਲੇ ਰੋਕ ਰਿਹਾ, ਮਾਫੀ ਚਾਹੁੰਦਾ, ਥੋੜਾ ਜਿਹਾ ਕਲੀਅਰ ਹੋਵੇ ਦਰਸ਼ਕਾਂ ਨੂੰ। ਤੁਸੀਂ ਕਹਿ ਰਹੇ ਹੋ ਕਿ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਜਿਹੜੀਆਂ 2004 ਤੋਂ ਬਾਅਦ ਭਰਤੀਆਂ ਹੋਈਆਂ ਉਹਨਾਂ ਨੂੰ ਪੈਨਸ਼ਨ ਮਿਲੇਗੀ, ਐਨਪੀਐਸ ਦਾ ਪੈਸਾ ਮਿਲੇ ਨਾ ਮਿਲੇ। ਮੈਂ ਕਹਿੰਦਾ ਬੈਨੀਫਿਟ ਮਿਲਣਾ ਆਲਰੇਡੀ, ਬੈਨੀਫਿਟ ਮਿਲਣਾ ਓਪੀਐਸ ਦਾ ਆਲਰੇਡੀ ਸ਼ੁਰੂ ਹੋ ਚੁੱਕਿਆ ਹੈ। ਤੇ ਦੂਜੀ ਗੱਲ 18 ਨਵੰਬਰ ਦੀ ਗੱਲ ਨਹੀਂ ਹੈ ਗਰਗ ਸਾਹਿਬ, ਤੁਹਾਡਾ ਇਲੈਕਸ਼ਨ ਤੋਂ ਪਹਿਲਾਂ ਦਾ ਵਾਅਦਾ ਹੈ ਵੀ ਅਸੀਂ ਓਪੀਐਸ ਇੰਪਲੀਮੈਂਟ ਕਰਾਂਗੇ। 9 ਮਹੀਨੇ ਹੋ ਗਏ, 9 ਮਹੀਨੇ ਹੋ ਗਏ ਤੁਹਾਨੂੰ ਆਏ ਤੇ ਉਹਦੇ ਬਾਵਜੂਦ ਤੁਸੀਂ ਇਹਨੂੰ ਹੱਥ ਨਹੀਂ ਲਾਇਆ, ਕਮਿਊਨੀਕੇਸ਼ਨ ਨਹੀਂ ਭੇਜੀ। ਠੀਕ ਹੈ, ਆਪਾਂ ਛੋਟਾ ਜਿਹਾ ਜਵਾਬ ਰੱਖੀਏ। ਕਹਿਣੀ ਤੇ ਕਥਨੀ ਦੇ ਵਿੱਚ ਬਹੁਤ ਵੱਡਾ ਕਹਿਣਾ ਚਾਹ ਰਹੇ ਨੇ। ਮੈਂ ਚੰਨੀ ਜੀ ਦਾ ਵੀ ਰੁਕ ਕਰਨਾ, ਮੈਂ ਖੜਿਆਲ ਸਾਹਿਬ ਆ ਰਿਹਾ, ਤੁਹਾਡਾ ਇੱਕ ਵਾਰੀ ਰਿਐਕਸ਼ਨ ਲੈਣਾ। ਨੀਲ ਗਰਗ ਜੀ,
ਤੁਸੀਂ ਛੱਤੀਸਗੜ੍ਹ ਤੇ ਤੁਸੀਂ ਜ਼ਿਕਰ ਰਾਜਸਥਾਨ ਦਾ ਕਰ ਦਿੱਤਾ, ਉਹ ਕਹਿੰਦੇ ਅਸੀਂ ਤਾਂ ਇੰਪਲੀਮੈਂਟ ਕੀਤਾ ਨਾ ਉਸ ਚੀਜ਼ ਨੂੰ ਔਰ ਲੋਕਾਂ ਨੂੰ ਫਾਇਦਾ ਹੋਣਾ ਸ਼ੁਰੂ ਹੋ ਗਿਆ EMPLOYEES ਨੂੰ। ਇੱਕ ਚੀਜ਼ ਦੇਖੋ ਸਰ, ਜੇ ਪਹਿਲੀ ਗੱਲ ਤਾਂ ਇਸ ਦੀ ਸੰਭਾਵਨਾ ਘੱਟ ਹੈਗੀ ਹੈ ਉੱਥੇ ਕੋਈ ਰਿਟਾਇਰ ਹੋ ਗਿਆ ਹੋਵੇਗਾ 2018-4 ਵਾਲਾ। ਜੇ ਰਿਟਾਇਰ ਹੋ ਗਿਆ, ਦੇਣਾ ਸ਼ੁਰੂ ਕੀਤਾ ਹੈ, ਚੰਗੀ ਗੱਲ ਹੈ, ਕਿਉਂਕਿ ਜਦੋਂ ਤੁਸੀਂ ਨੋਟੀਫਾਈ ਕੀਤਾ ਹੋਣਾ ਚਾਹੀਦਾ ਹੈਗਾ। ਪੰਜਾਬ ਦੇ ਵਿੱਚ ਜੇ ਅਸੀਂ ਨੋਟੀਫਾਈ ਕੀਤਾ ਹੈ, ਨੈਚੁਰਲੀ ਜਦੋਂ ਕੋਈ ਮੁਲਾਜ਼ਮ ਰਿਟਾਇਰ ਹੋਏਗਾ 2004 ਵਾਲਾ ਤੇ ਤੁਸੀਂ ਕਿਵੇਂ ਕਹਿ ਸਕਦੇ ਅਸੀਂ ਲਾਗੂ ਨਹੀਂ ਕੀਤਾ? ਜਿਸ ਚੀਜ਼ ਨੂੰ ਅਸੀਂ ਨੋਟੀਫਾਈ ਕੀਤਾ ਅਸੀਂ ਲਾਗੂ ਕਰਾਂਗੇ, ਬਿਲਕੁਲ ਉਸ ਨੂੰ ਮਿਲੇਗਾ। ਪਰ ਸਵਾਲ ਤੇ ਇਹ ਪੈਦਾ ਹੁੰਦਾ ਹੈ ਨਾ ਕਿ ਜਿਸ ਤਰੀਕੇ ਨਾਲ ਕੇਂਦਰ ਜਿਹੜਾ ਹੈਗਾ ਸੂਬਿਆਂ ਦੇ ਹੱਕ ਮਾਰ ਰਿਹਾ ਹੈ, ਉਹਨਾਂ ਨੂੰ ਹਿਟਲਰਸ਼ਾਹੀ ਅੜੀਅਲ ਰਵੱਈਏ ਦੇ ਨਾਲ ਦਬਾਉਣਾ ਚਾਹੁੰਦਾ ਹੈ, ਧੌਣ ਤੇ ਗੋਡਾ ਰੱਖਣਾ ਚਾਹੁੰਦਾ ਹੈਗਾ। ਗੱਲ ਤੇ ਮਸਲਾ ਇਹ ਹੈਗਾ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ। ਜੇ ਅੱਜ ਸਾਨੂੰ ਇਹ ਸਮੱਸਿਆ ਪੰਜਾਬ ਦੇ ਵਿੱਚ ਹੈ ਤਾਂ ਤੁਹਾਨੂੰ ਵੀ ਤਾਂ ਉਹੀ ਸਮੱਸਿਆ ਹੈਗੀ ਹੈ। ਤੁਸੀਂ ਉਲਟਾ ਤੁਹਾਨੂੰ ਜਾਂ ਤਾਂ ਮੁੱਦੇ ਦੀ ਸਮਝ ਨਹੀਂ ਹੈ ਜਾਂ ਮੁੱਦਾ ਸਮਝ ਕੇ ਅਣਜਾਣ ਬਣ ਰਹੇ ਹੋ, ਸਿਰਫ ਰਾਜਨੀਤੀ ਕਰ ਰਹੇ ਹੋ। ਮੁੱਦਾ ਇਹ ਹੈਗਾ ਜਿਹੜਾ ਮੁਲਾਜ਼ਮਾਂ ਦਾ ਪੈਸਾ ਹੈ, ਸੂਬਿਆਂ ਦਾ ਪੈਸਾ ਹੈ, ਕੇਂਦਰ ਕਿਵੇਂ ਰੋਕ ਸਕਦਾ? ਤੁਸੀਂ ਬੈਂਕ 'ਚ ਵੀ ਜਮ੍ਹਾਂ ਕਰਾਇਆ, ਤੁਸੀਂ ਮਿਊਚੁਅਲ ਫੰਡ 'ਚ ਵੀ ਮੰਨ ਲਓ ਜਮ੍ਹਾਂ ਕਰਾਇਆ। ਨਹੀਂ ਗਰਗ ਸਾਹਿਬ, ਤੁਸੀਂ ਤਜਵੀਜ਼ ਦੱਸ ਦਿਓ ਕਿ ਇਹ ਤਜਵੀਜ਼ ਹੈ, ਕਾਨੂੰਨ ਦੇ ਮੁਤਾਬਿਕ ਤੁਸੀਂ ਪੈਸਾ ਵਾਪਸ ਕਰਨਾ ਹੋਏਗਾ ਤੁਹਾਨੂੰ। ਬਿਲਕੁਲ ਕਾਨੂੰਨ ਦੇ, ਮੈਂ ਤੁਹਾਨੂੰ ਸ਼ੁਰੂ 'ਚ ਵੀ ਇਹੀ ਆਖਿਆ ਸੀ, ਜਿਹੜੀ ਵੀ ਕਾਨੂੰਨੀ ਲੜਾਈ ਪਈ ਉਹ ਲੜ ਕੇ ਇਹ ਪੈਸਾ ਵਾਪਸ ਲੈ ਕੇ ਆਵਾਂਗੇ ਔਰ ਜਿਹੜੀ ਪੈਨਸ਼ਨ ਸਕੀਮ ਹੈ ਉਹ ਲਾਗੂ ਕਰਕੇ ਰਹਾਂਗੇ। ਅਸੀਂ ਮੁਲਾਜ਼ਮਾਂ ਦੇ ਨਾਲ ਸੀ ਹੈ ਤੇ ਰਹਾਂਗੇ।